ਅੱਜ ਦਾ ਇਤਿਹਾਸ ਲੈ ਕੇ ਆਪ ਸੰਗਤਾਂ ਦੇ ਸਨਮੁਖ ਹਾਜ਼ਰ ਹੋਏ ਹਾਂ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 28 ਮਈ 1948 ਨੂੰ ਊਧਮ ਸਿੰਘ ਨਾਗੋਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ। ਊਧਮ ਸਿੰਘ ਨਾਗੋਕੇ ਦੇ ਪਿੰਡ ਦੇ ਵਿੱਚ 3 ਸਨਮਾਨਯੋਗ ਵਿਅਕਤੀ ਸਨ, ਜਿਨ੍ਹਾਂ ਨੇ ਬਰਿਆਂ ਵੱਧੀ ਸ਼ਾਨ ਅਤੇ ਪ੍ਰਭਾਵ ਵਿੱਚ ਵਾਧਾ ਕੀਤਾ ਅਤੇ ਮਾਝਾ ਪ੍ਰਦੇਸ਼ ਦੇ ਅਜੋਕੇ ਸਮੇਂ ਉੱਪਰ ਆਪਣੀ ਨਿਰਣਾਇਕ ਛਾਪ ਛੱਡੀ। ਇਹਨਾਂ ਨੇ 2 ਹੋਰਾਂ ਨਾਲ ਵੀ ਆਪਣੇ ਨਾਂ ਦੀ ਚੜ੍ਹਤ ਦੀ ਹਿੱਸੇਦਾਰੀ ਪਾਈ। ਇਹ ਤਿੰਨੇ ਸਨ ਜਥੇਦਾਰ ਊਧਮ ਸਿੰਘ ਨਾਗੋਕੇ, ਮੋਹਨ ਸਿੰਘ ਨਾਗੋਕੇ ਅਤੇ ਗਿਆਨੀ ਕਰਤਾਰ ਸਿੰਘ। ਇਹ ਤਿੰਨੋਂ ਮੁੱਢ ਤੋਂ ਹੀ ਨਾਗੋਕੇ ਪਿੰਡ ਦੇ ਵਾਸੀ ਸਨ। ਗਿਆਨੀ ਕਰਤਾਰ ਸਿੰਘ ਉਹਨਾਂ ਵਿੱਚੋਂ ਅਜਿਹੇ ਸਨ ਜਿਨ੍ਹਾਂ ਨੇ ਆਪਣਾ ਵਾਸਾ ਲਾਇਲਪੁਰ ਦੀ ਨਵੀਂ ਬਣੀ ਲਹਿਰੀ ਕਲੋਨੀ ਵਿੱਚ ਕਰ ਲਿਆ ਸੀ ਅਤੇ ਆਪਣੇ ਆਪ ਨੂੰ ਇਸ ਕਲੋਨੀ ਦੇ ਸਰੋਕਾਰਾਂ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਕਰ ਦਿੱਤਾ ਸੀ। ਫਿਰ ਵੀ ਇਹਨਾਂ ਤਿੰਨਾਂ ਨੂੰ ਨਾਗੋਕੇ ਪਿੰਡ ਦੀ ਗੌਰਵਪੂਰਨ ਦੇਣ ਵਜੋਂ ਜਾਣਿਆ ਜਾਂਦਾ ਹੈ। ਇਹਨਾਂ ਸਭ ਵਿੱਚੋਂ ਵੱਡੇ ਊਧਮ ਸਿੰਘ ਦਾ ਜਨਮ 1894 ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਉਪਜਾਊ ਪਿੰਡ ਨਾਗੋਕੇ ਭਾਈ ਬੇਲਾ ਸਿੰਘ ਅਤੇ ਮਾਤਾ ਅਤਰ ਕੌਰ ਦੇ ਘਰ ਵਿੱਚ ਹੋਇਆ ਸੀ। ਚੌੜੀ ਛਾਤੀ ਵਾਲੇ 6 ਫੁੱਟ ਲੰਮੇ ਨੌਜਵਾਨ ਊਧਮ ਸਿੰਘ ਨਾਗੋਕੇ ਜਿਵੇਂ ਫੌਜ ਵਿੱਚ ਭਰਤੀ ਹੋਣ ਲਈ ਬਣੇ ਹੋਣ ਅਤੇ ਫੌਜ ਇਹਨਾਂ ਲਈ ਸਭ ਤੋਂ ਪਹਿਲੀ ਪਸੰਦ ਸੀ, ਪਰੰਤੂ ਇਹ ਫੌਜ ਵਿੱਚ ਬਹੁਤ ਥੋੜ੍ਹੇ ਸਮੇਂ ਲਈ ਰਹੇ। ਫੌਜ ਦੇ ਕਰੜੇ ਨੇਮ ਨਿਧਾਨ ਤੋਂ ਤੰਗ ਆ ਕੇ ਇਹਨਾਂ ਨੇ 1920 ਵਿੱਚ ਆਪਣੀ ਨੌਕਰੀ ਛੱਡ ਦਿੱਤੀ। ਊਧਮ ਸਿੰਘ ਨਾਗੋਕੇ ਅਤੇ ਇਹਨਾਂ ਦੇ ਮਿੱਤਰਾਂ ਨੇ ਆਪਣੇ ਆਪ ਨੂੰ ਸਰਗਰਮ ਸਿੱਖ ਮਸਲਿਆਂ ਵਿੱਚ ਜੋੜ ਲਿਆ ਸੀ। 1921 ਵਿੱਚ ਵਾਪਰੇ ਨਨਕਾਣਾ ਸਾਹਿਬ ਦੇ ਦੁਖਾਂਤ ਨੇ ਰਾਜਨੀਤਿਕ ਸਰਗਰਮੀਆਂ ਦੇ ਬਹੁਤ ਸਾਰੇ ਦਰਵਾਜ਼ੇ ਖੋਲ੍ਹ ਦਿੱਤੇ ਸਨ ਅਤੇ ਕਈ ਉਤਸ਼ਾਹੀ ਨੌਜਵਾਨਾਂ ਨੇ ਰਾਜਨੀਤਿਕ ਅਖਾੜੇ ਵਿੱਚ ਆਪਣੀ ਥਾਂ ਬਣਾਉਣੀ ਚਾਹੀ। ਊਧਮ ਸਿੰਘ ਨੇ ਗੁਰਦੁਆਰਾ ਸੁਧਾਰ ਵਿੱਚ ਵਿਸ਼ੇਸ਼ ਰੁਚੀ ਲਈ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਅਧੀਨ ਲਈਆਂ ਗਈਆਂ ਹਰਿਮੰਦਰ ਸਾਹਿਬ ਦੇ ਖਜ਼ਾਨੇ ਦੀਆਂ ਚਾਬੀਆਂ ਨੂੰ ਮੁੜ ਵਾਪਸ ਲੈਣ ਲਈ ਚਲਾਏ ਗਏ ਅਕਾਲੀਆਂ ਦੇ ਸੰਘਰਸ਼ ਵਿੱਚ ਵੀ ਇਹਨਾਂ ਨੇ ਆਪਣਾ ਯੋਗਦਾਨ ਪਾਇਆ। ਜਦੋਂ ਡਿਪਟੀ ਕਮਿਸ਼ਨਰ ਨੇ ਪ੍ਰਤੀਨਿਧੀ ਨੇ ਦਰਬਾਰ ਸਾਹਿਬ ਦੇ ਅਹਾਤੇ ਵਿੱਚ ਆ ਕੇ ਚਾਬੀਆਂ ਦੇ ਗੁੱਛੇ ਨੂੰ ਲਾਲ ਕੱਪੜੇ ਵਿੱਚ ਬੰਨ੍ਹ ਕੇ ਵਾਪਸ ਕਰ ਦਿੱਤਾ ਤਾਂ ਅਕਾਲੀਆਂ ਨੇ ਇਸ ਗੱਲ ਨੂੰ ਜਿੱਤ ਦੇ ਸੰਕੇਤ ਵਜੋਂ ਸਮਝਿਆ। ਊਧਮ ਸਿੰਘ ਨਾਗੋਕੇ ਨੂੰ 6 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਹੋਈ ਅਤੇ ਇਹ ਇਸ ਕੇਸ ਨਾਲ ਸੰਬੰਧਿਤ ਰਿਹਾ ਹੋਣ ਕਰਕੇ ਅੰਤਿਮ ਜਥੇ ਵਿੱਚੋਂ ਸਨ। ਇਹ ਗੁਰੂ ਕੇ ਬਾਗ ਮੋਰਚੇ ਵਿੱਚ ਵੀ ਸ਼ਾਮਲ ਹੋਏ ਅਤੇ ਇਹਨਾਂ ਨੂੰ ਪੁਲਿਸ ਦੇ ਅਤਿਆਚਾਰਾਂ ਨੂੰ ਵੀ ਸਹਿਣਾ ਪਿਆ। ਇਸ ਸਦੀ ਦੇ 20ਵੇਂ ਦਹਾਕੇ ਵਿੱਚ ਜੈਤੋ ਦੇ ਮੋਰਚੇ ਸਮੇਂ ਊਧਮ ਸਿੰਘ ਅਕਾਲ ਤਖਤ ਦੇ ਜਥੇਦਾਰ ਸਨ ਅਤੇ ਮੋਰਚੇ ਵਾਲੇ ਸਥਾਨ ਤੇ ਜਾਣ ਵਾਲੇ ਪਹਿਲੇ ਸ਼ਹੀਦੀ ਜਥੇ ਦੀ ਅਗਵਾਈ ਕਰਨ ਲਈ ਨਿਰਧਾਰਤ ਕੀਤੇ ਗਏ ਸਨ। ਪਰੰਤੂ 8 ਫਰਵਰੀ 1924 ਨੂੰ ਇਹਨਾਂ ਦੇ ਕੂਚ ਕਰਨ ਤੋਂ ਪਹਿਲਾਂ ਹੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ 2 ਸਾਲਾਂ ਲਈ ਜੇਲ੍ਹ ਭੇਜ ਦਿੱਤਾ ਗਿਆ। ਇਹ ਸਮਾਂ ਇਹਨਾਂ ਦੇ ਸੈਂਟਰਲ ਜੇਲ੍ਹ ਮੁਲਤਾਨ ਵਿੱਚ ਗੁਜ਼ਾਰਿਆ। 1926 ਵਿੱਚ ਇਹਨਾਂ ਨੇ ਰਿਹਾ ਹੋਣ ਤੇ ਇਹਨਾਂ ਨੂੰ ਫਿਰ ਦੁਬਾਰਾ ਅਕਾਲ ਤਖਤ ਦਾ ਜਥੇਦਾਰ ਨਿਯੁਕਤ ਕੀਤਾ ਗਿਆ। ਉਦੋਂ ਤੱਕ ਸਿੱਖ ਗੁਰਦੁਆਰਾ ਐਕਟ ਨੂੰ ਵੀ ਸੰਵਿਧੀ ਸੰਗ੍ਰਹਿ ਵਿੱਚ ਸ਼ਾਮਲ ਕਰ ਲਿਆ ਗਿਆ ਸੀ। ਇਸ ਐਕਟ ਦੇ ਅਧੀਨ ਹੋਈਆਂ ਚੋਣਾਂ ਵਿੱਚ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਗਏ ਅਤੇ 1954 ਵਿੱਚ ਲਗਾਤਾਰ ਚੁਣੇ ਜਾਂਦੇ ਰਹੇ। 1930 ਤੋਂ 1933 ਤੱਕ ਦੇ ਸਮੇਂ ਦੌਰਾਨ ਇਹ ਦਰਬਾਰ ਸਾਹਿਬ ਵਿੱਚ ਕਮੇਟੀ ਦੇ ਮੈਂਬਰ ਰਹੇ ਅਤੇ ਯਾਤਰੀ ਸਰਾਂ ਤਥਾ ਗੁਰੂ ਰਾਮਦਾਸ ਨਿਵਾਸ ਦੀ ਇਤਿਹਾਸਿਕ ਇਮਾਰਤ ਦੀ ਉਸਾਰੀ ਦੇ ਕੰਮਕਾਜ ਨੂੰ ਵੇਖਦੇ ਰਹੇ। 1948 ਵਿੱਚ ਦੁਬਾਰਾ ਫਿਰ 1952 ਵਿੱਚ ਇਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ। 1929 ਵਿੱਚ ਜਥੇਦਾਰ ਊਧਮ ਸਿੰਘ ਨਾਗੋਕੇ ਨੇ ਖੇਤੀ ਸੰਬੰਧੀ ਟੈਕਸ ਵਿੱਚ ਵਾਧਾ ਕੀਤੇ ਜਾਣ ਦੇ ਵਿਰੁੱਧ ਪੰਜਾਬ ਕਿਸਾਨ ਅੰਦੋਲਨ ਦੀ ਅਗਵਾਈ ਕੀਤੀ ਅਤੇ ਇਹਨਾਂ ਨੂੰ 1 ਸਾਲ ਦੀ ਜੇਲ੍ਹ ਹੋਈ।
ਇਹਨਾਂ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੁਆਰਾ ਸ਼ੁਰੂ ਕੀਤੇ ਗਏ ਸੱਤਿਆਗ੍ਰਹਿ ਅੰਦੋਲਨ ਵਿੱਚ ਹਿੱਸਾ ਲਿਆ ਅਤੇ ਹੋਰ 1 ਸਾਲ ਲਈ ਜੇਲ੍ਹ ਵਿੱਚ ਰਹੇ। 1935 ਵਿੱਚ ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣੇ ਗਏ। 1936 ਤੋਂ 39 ਤੱਕ ਇਹਨਾਂ ਨੇ ਆਪਣੇ ਜੀਵਨ ਦੇ ਹੋਰ 4 ਸਾਲ ਆਜ਼ਾਦੀ ਦੀ ਲਹਿਰ ਦੇ ਲੇਖੇ ਲਾ ਦਿੱਤੇ। ਮਾਰਚ 1942 ਵਿੱਚ ਭਾਰਤ ਦੀ ਸੁਰੱਖਿਆ ਨਿਯਮਾਂ ਅਧੀਨ ਇਹਨਾਂ ਲਈ ਇੱਕ ਵਾਰ ਫਿਰ ਜੇਲ੍ਹ ਦਾ ਸਫ਼ਰ ਇੰਤਜ਼ਾਰ ਕਰ ਰਿਹਾ ਸੀ। ਭਾਰਤ ਛੋਡੋ ਅੰਦੋਲਨ ਵਿੱਚ ਇਹਨਾਂ ਨੂੰ 3 ਸਾਲ ਲਈ ਜੇਲ੍ਹ ਵਿੱਚ ਰਹਿਣਾ ਪਿਆ। ਦੂਜੇ ਵਿਸ਼ਵ ਯੁੱਧ ਦੇ ਖਤਮ ਹੋਣ ਵੇਲੇ ਇਹਨਾਂ ਦੀ ਰਿਹਾਈ ਤੋਂ ਬਾਅਦ ਜਥੇਦਾਰ ਨਾਗੋਕੇ 1946 ਵਿੱਚ ਪੰਜਾਬ ਵਿਧਾਨ ਸਭਾ ਅਸੈਂਬਲੀ ਲਈ ਚੁਣੇ ਗਏ। 1952 ਵਿੱਚ ਉਹ ਕਾਂਗਰਸ ਪਾਰਟੀ ਦੀ ਮੁੱਢਲੀ ਸੰਸਥਾ ਭਾਰਤ ਸੇਵਕ ਸਮਾਜ ਦੇ ਮੁਖੀ ਨਿਯੁਕਤ ਕੀਤੇ ਗਏ ਅਤੇ 1953 ਵਿੱਚ ਇਹ ਕਾਂਗਰਸ ਪਾਰਟੀ ਦੇ ਨੁਮਾਇੰਦੇ ਵਜੋਂ ਰਾਜ ਸਭਾ ਲਈ ਚੁਣੇ ਗਏ, ਜਿੱਥੇ ਇਹ ਇਸ ਅਹੁਦੇ ਤੇ 1960 ਤੱਕ ਕਾਇਮ ਰਹੇ। ਇਸ ਸਮੇਂ ਦੌਰਾਨ ਇਹ ਪੰਜਾਬ ਪ੍ਰਦੇਸ਼ ਕਾਰਜਕਾਰਨੀ ਦੇ ਮੈਂਬਰ ਵੀ ਰਹੇ। 1960 ਵਿੱਚ ਰਾਜਗੋਪਾਲਿਆ ਦੀ ਸਵਤੰਤਰ ਪਾਰਟੀ ਵਿੱਚ ਇਹ ਸ਼ਾਮਲ ਹੋ ਗਏ ਅਤੇ 1960 ਤੋਂ 61 ਤੱਕ ਇਸ ਦੀ ਪੰਜਾਬ ਸ਼ਾਖਾ ਦੇ ਪ੍ਰਧਾਨ ਰਹੇ। 1960 ਵਿੱਚ ਇਹ ਪੰਜਾਬੀ ਸੂਬਾ ਮੋਰਚੇ ਕਾਰਨ 1 ਸਾਲ ਲਈ ਜੇਲ੍ਹ ਵਿੱਚ ਰਹੇ। ਊਧਮ ਸਿੰਘ ਨਾਗੋਕੇ ਪੱਕੇ ਪੈਰਾਂ ਵਾਲੇ ਰਾਜਨੀਤਿਕ ਨੇਤਾ ਸਨ ਤੇ ਇੱਕ ਵਾਰ ਲਏ ਗਏ ਫੈਸਲੇ ਤੋਂ ਕਦੇ ਪਿੱਛੇ ਨਹੀਂ ਸਨ ਹਟਦੇ। ਇਹ ਆਪਣੀ ਤੀਖਣ ਸੂਝ-ਬੂਝ ਕਾਰਨ ਹਾਜ਼ਰ ਜਵਾਬੀ ਅਤੇ ਆਪਣੀ ਸਦਾਚਾਰਕ ਦ੍ਰਿੜਤਾ ਲਈ ਮਸ਼ਹੂਰ ਸਨ। 1947 ਵਿੱਚ ਊਧਮ ਸਿੰਘ ਨੇ ਹਰਮੰਦਰ ਸਾਹਿਬ ਦੇ ਸ਼ਹਿਰ ਨੂੰ ਗੁੱਸੇ ਵਿੱਚ ਭਟਕੀ ਹੋਈ ਦੁਸ਼ਮਣ ਭੀੜ ਦੇ ਹਮਲੇ ਅਤੇ ਸਾੜ ਫੂਕ ਤੋਂ ਬਚਾਉਣ ਵਿੱਚ ਆਪਣਾ ਬਹੁਤ ਯੋਗਦਾਨ ਦਿੱਤਾ ਸੀ। ਇਹਨਾਂ ਦੇ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਇਹਨਾਂ ਦੀ ਪਤਨੀ ਦਾ ਦੇਹਾਂਤ ਹੋ ਗਿਆ ਸੀ, ਜੋ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਢਿਲਵਾਂ ਦੀ ਸੀ, ਪਰੰਤੂ ਇਹਨਾਂ ਨੇ ਫਿਰ ਦੁਬਾਰਾ ਕਦੇ ਵਿਆਹ ਨਹੀਂ ਕਰਾਇਆ। ਤਗੜਾ ਸਰੀਰ ਹੋਣ ਦੇ ਬਾਵਜੂਦ ਇਹਨਾਂ ਦੀ ਸਿਹਤ ਮੁੜ ਜੇਲ੍ਹ ਜਾਣ ਕਾਰਨ ਵਿਗੜਦੀ ਗਈ ਅਤੇ 11 ਜਨਵਰੀ 1966 ਨੂੰ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਚੰਡੀਗੜ੍ਹ ਵਿਖੇ ਇਹ ਅਕਾਲ ਚਲਾਣਾ ਕਰ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।